ਰੱਬ ਨਾਲ ਮੇਲ ਪ੍ਰੋਗਰਾਮ 'ਚ ਵੈਲਕਮ ਕਰਦੇ ਹਾਂ, ਨਿੱਘਾ ਸਵਾਗਤ ਕਰਦੇ ਹਾਂ, ਸਾਰਿਆਂ ਨੂੰ ਜੈ ਮਸੀਹ ਕਹਿੰਦੇ ਹਾਂ ਕਿ ਫਿਰ ਦੁਬਾਰਾ ਤੁਸੀਂ ਪਰਮੇਸ਼ਵਰ ਨਾਲ ਕਨੈਕਟ ਕਰ ਸਕੋ, ਫਿਰ ਦੁਬਾਰਾ ਪਰਮੇਸ਼ਵਰ ਨਾਲ ਆਪਣਾ ਰਿਸ਼ਤਾ ਬੜਾ ਗੂੜਾ ਕਰ ਸਕੋ। ਜਿਸ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਪਿਆਰ ਕੀਤਾ ਸੀ, ਉਸੇ ਤਰ੍ਹਾਂ ਪਰਮੇਸ਼ਵਰ ਨੂੰ ਪਿਆਰ ਕਰ ਸਕੀਏ, ਉਹਨੂੰ ਰਿਪਲਾਈ ਕਰ ਸਕੀਏ, ਉਹਦੀ ਸਤੁਤੀ ਕਰ ਸਕੀਏ, ਉਹਦੀ ਆਰਾਧਨਾ ਕਰ ਸਕੀਏ, ਉਹਦੀ ਮਹਿਮਾ ਕਰ ਸਕੀਏ, ਉਹਦੇ ਨਾਂ ਨੂੰ ਉੱਚਾ ਕਰ ਸਕੀਏ। ਹਰ ਵਾਰੀ ਜਦੋਂ ਅਸੀਂ ਪ੍ਰਭੂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਦੇ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਪਰਮੇਸ਼ਵਰ ਇਹੀ ਇੱਕ ਆਸ ਰੱਖਦਾ ਹੈ, ਇਹੀ ਇੱਕ ਕਾਮਨਾ ਰੱਖਦਾ ਹੈ, ਇੱਛਾ ਰੱਖਦਾ ਹੈ ਕਿ ਅਸੀਂ ਰੱਬ ਦੀ ਮਹਿਮਾ ਕਰ ਸਕੀਏ ਅਤੇ ਰੱਬ ਦੇ ਨਾਂ ਨੂੰ ਉੱਚਾ ਕਰ ਸਕੀਏ। ਪ੍ਰਭੂ ਦੇ ਬਾਣੀ ਦੇ ਵਿੱਚ ਲਿਖਿਆ ਕਿ ਇਨਸਾਨ ਜਦੋਂ ਤੱਕ ਪਰਮੇਸ਼ਵਰ ਦੀ ਦਿਲੋਂ ਅਤੇ ਆਤਮਾ ਤੋਂ ਅਤੇ ਸੱਚਾਈ ਦੇ ਨਾਲ ਅਤੇ ਰੂਹ ਦੇ ਨਾਲ ਉਹਦੀ ਮਹਿਮਾ ਨਹੀਂ ਕਰਦਾ, ਉਦੋਂ ਤੱਕ ਰੱਬ ਦੇ ਨਾਲ ਕਨੈਕਟ ਨਹੀਂ ਕਰ ਸਕਦਾ, ਉਦੋਂ ਤੱਕ ਰੱਬ ਨਾਲ ਜੁੜ ਨਹੀਂ ਪਾਉਂਦਾ। ਕਿਉਂਕਿ ਪਰਮੇਸ਼ਵਰ ਰੂਹ ਅਤੇ ਸੱਚਾਈ ਵਾਲੇ ਲੋਕਾਂ ਨੂੰ ਲੱਭਦਾ ਹੈ, ਜਿਹੜੀ ਪੂਰੀ ਰੂਹ ਅਤੇ ਸੱਚਾਈ ਦੇ ਨਾਲ ਉਹਦੀ ਮਹਿਮਾ ਕਰਦੇ ਨੇ, ਉਹਦੀ ਆਰਾਧਨਾ ਕਰਦੇ। ਦੇਖੀਏ, ਕਮਜ਼ੋਰੀਆਂ ਇਨਸਾਨ ਦੇ ਜੀਵਨ 'ਤੇ ਜ਼ਰੂਰ ਆਉਂਦੀ ਹੈ, ਪਰ ਪਰਮੇਸ਼ਵਰ ਕਦੇ ਇਸ ਕਮਜ਼ੋਰੀਆਂ ਨੂੰ, ਇਸ ਬੁਰਾਈ ਨੂੰ ਜ਼ਿਆਦਾ ਨਹੀਂ ਬਣਾਉਂਦਾ, ਕਿ ਉਸ ਚੀਜ਼ ਨੂੰ ਉਸਾਰਦਾ ਨਹੀਂ ਹੈ, ਉਸ ਚੀਜ਼ ਨੂੰ ਕਾਇਮ ਨਹੀਂ ਕਰਦਾ ਕਿ ਤੁਸੀਂ ਇਸ ਬੁਰਾਈ ਦਾ ਹਿੱਸਾ ਬਣ ਕੇ ਰਹਿ ਜਾਓ। ਪਰਮੇਸ਼ਵਰ ਸਗੋਂ ਇਸ ਬੁਰਾਈ 'ਚੋਂ ਸਾਨੂੰ ਕੱਢਦਾ ਹੈ। ਪਰਮੇਸ਼ਵਰ ਨੇ ਕਿਸੇ ਵੀ ਬੁਰੀ ਚੀਜ਼ ਦੀ ਰਚਨਾ ਨਹੀਂ ਕੀਤੀ। ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਆਪਾਂ ਵਚਨ 'ਚ ਜਿੱਦਾਂ ਪੜ੍ਹਦੇ ਸੀਗੇ, ਅਸੀਂ ਉਹਦੇ ਵਿੱਚ ਦੇਖਦੇ ਸੀਗੇ ਕਿ ਪਰਮੇਸ਼ਰ ਨੇ ਕਿਸੇ ਸ਼ੈਤਾਨ ਨੂੰ ਨਹੀਂ ਬਣਾਇਆ ਸੀ, ਪਰਮੇਸ਼ਰ ਨੇ ਸਿਰਫ ਇੱਕ ਫਰਿਸ਼ਤੇ ਨੂੰ ਬਣਾਇਆ ਸੀ। ਅਤੇ ਉਹ ਉਸੇ ਫਰਿਸ਼ਤੇ ਦੇ ਵਿੱਚ ਜਦੋਂ ਘਮੰਡ ਪੈਦਾ ਹੁੰਦਾ, ਹੰਕਾਰ ਪੈਦਾ ਹੁੰਦਾ ਹੈ, ਜਦੋਂ ਇੱਛਾਵਾਂ ਸਾਡੀਆਂ ਗਲਤ ਸ਼ੁਰੂ ਹੁੰਦੀਆਂ, ਉਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਨਾਂ ਦੇ ਵਿੱਚ ਅਸੀਂ ਉਹ ਤੋਂ ਬੇਮੁਖ ਹੁੰਦੇ ਹਾਂ, ਪਰਮੇਸ਼ਵਰ ਤੋਂ ਦੂਰ ਹੁੰਦੇ। ਦੇਖੀਏ, ਕਈ ਇੱਦਾਂ ਦੇ ਸਵਾਲ ਸਾਡੇ ਜੀਵਨ ਦੇ ਨਾਲ ਜੁੜਦੇ ਹਨ, ਕਈ ਇੱਦਾਂ ਦੇ ਸਵਾਲ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਹਨ। ਪ੍ਰਭੂ ਦੇ ਵਚਨ ਜਿਹੜਾ ਦੋ ਧਾਰੀ ਤਲਵਾਰ ਵਾਂਗੂ ਹੈ। ਪਰਮੇਸ਼ਵਰ ਸਾਨੂੰ ਰਾਈਟ ਤੋਂ ਲੈਫਟ ਤੋਂ ਹਰ ਪਾਸੋਂ ਪਰਮੇਸ਼ਵਰ ਸਾਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਸੀਂ ਹਰ ਪਾਸੋਂ ਬਿਲਕੁਲ ਪ੍ਰਭੂ ਦੇ ਨਾਲ ਕਨੈਕਟ ਕਰ ਸਕੀਏ। ਅਤੇ ਜਦੋਂ ਅਸੀਂ ਕਨੈਕਟ ਹੁੰਦੇ ਹਾਂ ਪ੍ਰੋਪਰਲੀ, ਫਿਰ ਅਸੀਂ ਸਾਡੇ ਜੀਵਨ 'ਚ ਜਿਹੜੇ ਸਵਾਲ ਵੀ ਹਨ ਉਹ ਬਿਲਕੁਲ ਇੱਕ ਉੱਤਰ ਬਣ ਕੇ ਚੱਲਦੇ, ਫਿਰ ਅਸੀਂ ਪ੍ਰੋਪਰਲੀ ਕਰੈਕਟ ਰਹਿੰਦੇ ਹਾਂ, ਕਿਉਂਕਿ ਕਰੈਕਸ਼ਨ ਦੇ ਨਾਲ ਹੀ ਪ੍ਰੋਪਰ ਕਨੈਕਸ਼ਨ ਬਣਦਾ ਹੈ। ਅਤੇ ਅਸੀਂ ਕਹਿ ਸਕੀਏ ਕਿ ਪ੍ਰਭੂ ਜੀ, ਜਿਹੜੇ ਤੇਰੇ ਵਚਨ ਦੇ ਵਿੱਚ, ਪ੍ਰਭੂ ਤੇਰੀ ਬਾਣੀ ਦੇ ਵਿੱਚ, ਤੇਰੇ ਤੋੜੇ ਦੇ ਵਿੱਚ ਜਿਹੜੇ ਸ਼ਬਦ ਨੇ, ਜਿਹੜੇ ਤੇਰੇ ਵਚਨ ਦੇ ਵਿੱਚ ਲਿਖਿਆ ਗਿਆ, ਅਸੀਂ ਉਹਨੂੰ ਪੂਰੀ ਤਰ੍ਹਾਂ ਸਮਝ ਸਕੀਏ। ਪਹਿਲੀ ਗੱਲ ਯਾਦ ਰੱਖੀਏ ਕਿ ਪਰਮੇਸ਼ਵਰ ਦੀ ਸੋਚ ਅਤੇ ਸਾਡੀ ਸੋਚ 'ਚ ਬਹੁਤ ਫਰਕ ਹੈ। ਜੋ ਪਰਮੇਸ਼ਵਰ ਨੇ ਇਸ ਬਾਣੀ ਦੇ ਵਿੱਚ ਨਿਯੁਕਤ ਕੀਤਾ ਹੈ, ਜੋ ਇਸ ਪਰਮੇਸ਼ਵਰ ਨੇ ਇਸ ਵਚਨ ਦੇ ਵਿੱਚ ਲਿਖਿਆ ਹੈ, ਉਹਦੀ ਜਿਹੜੀ ਸੋਚ ਔਰ ਸਾਡੀ ਸੋਚ ਬਹੁਤ ਅਲੱਗ ਹੈ। ਸਾਡੀ ਸੋਚ ਕਿਤੇ ਲਿਮਿਟਡ ਹੈ, ਪਰਮੇਸ਼ਵਰ ਦੀ ਸੋਚ ਬਹੁਤ ਅੱਗੇ ਤੱਕ ਹੈ। ਦੇਖੀਏ, ਤਾਂ ਹੀ ਅਸੀਂ ਕਹਿ ਸਕਦੇ ਕਿ ਪ੍ਰਭੂ ਸਾਨੂੰ ਬਹੁਤਾਈ ਦੇ ਨਾਲ ਸਾਨੂੰ ਜੀਵਨ ਦਿੰਦਾ ਹੈ, ਬਹੁਤਾਈ ਦੇ ਨਾਲ ਬਰਕਤ ਦਿੰਦਾ ਹੈ। ਕਿਉਂਕਿ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਜਿਹੜੀ ਅਜ਼ਮਾਇਸ਼ਾਂ ਪੈਦਾ ਹੋ ਜਾਂਦੀਆਂ ਹਨ, ਜਿਹੜੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ, ਸਾਡੇ ਇੱਕ ਬਹੁਤ ਵੱਡਾ ਆਬਸਟੈਕਲਸ ਪੈਦਾ ਹੋ ਜਾਂਦੇ ਨੇ, ਸਾਨੂੰ ਰਾਹ ਨਹੀਂ ਮਿਲਦਾ ਕਿ ਉਹਦੇ ਵਿੱਚੋਂ ਕਿੱਦਾਂ ਨਿਕਲਣਾ ਹੈ, ਉਹ ਬਾਰ-ਬਾਰ ਰਿਪੀਟ ਹੁੰਦੇ ਰਹਿੰਦੀਆਂ ਹਨ। ਫਿਰ ਕਈ ਵਾਰੀ ਅਸੀਂ ਕੋਸਣਾ ਸ਼ੁਰੂ ਕਰਦੇ ਹਾਂ, ਅਸੀਂ ਰੱਬ ਨੂੰ ਕੋਸਣਾ ਸ਼ੁਰੂ ਕਰਦੇ ਹਾਂ, ਅਸੀਂ ਲੋਕਾਂ ਨੂੰ ਕੋਸਣਾ ਸ਼ੁਰੂ ਕਰਦੇ ਹਾਂ, ਆਪਣੀ ਸੋਚ ਨੂੰ ਕੋਸਣਾ ਸ਼ੁਰੂ ਕਰਦੇ ਹਾਂ, ਆਪਣੇ ਵਿਚਾਰਾਂ ਨੂੰ ਕੋਸਣਾ ਸ਼ੁਰੂ ਕਰਦੇ ਹਾਂ। ਦੇਖੇ, ਪ੍ਰਭੂ ਦੇ ਵਚਨ 'ਚ ਲਿਖਿਆ ਤੁਹਾਨੂੰ ਕੋਸਣ ਦੀ ਲੋੜ ਨਹੀਂ ਹੈ, ਨਾ ਹੀ ਰੱਬ ਨੂੰ ਕੋਸਣ ਦੀ ਲੋੜ ਹੈ। ਕਿਉਂਕਿ ਕਈ ਵਾਰੀ ਇਹ ਸਵਾਲ ਸਾਡੇ ਤੱਕ ਪਹੁੰਚਦਾ ਕਿ ਰੱਬ ਨੇ ਸ਼ੈਤਾਨ ਬਣਾਇਆ, ਰੱਬ ਨੇ ਸ਼ੈਤਾਨ ਨਹੀਂ ਬਣਾਇਆ, ਪਰ ਜਿਹੜਾ ਇਹ ਵਿਚਾਰ ਹੈ, ਜਿਹੜੀ ਸੋਚ ਹੈ, ਘਮੰਡ ਹੈ, ਇਹ ਕਿੱਥੋਂ ਪੈਦਾ ਹੁੰਦੇ ਨੇ। ਦੇਖिए, ਪ੍ਰਭੂ ਦਾ ਵਚਨ ਹਰ ਚੀਜ਼, ਹਰ ਵਾਰੀ ਇੱਕ ਨਈ ਖੁਲਾਸਾ ਕਰਦਾ ਹੈ। ਇੱਕ ਇੱਦਾਂ ਦਾ ਇਹ ਵਚਨ ਇੱਕ ਡੂੰਘਾਈ ਵਾਲਾ ਪਾਠ ਹੈ। ਜਿੰਨੀ ਤੁਸੀਂ ਪਰਮੇਸ਼ਰ ਦੇ ਵਚਨ ਦੇ ਵੱਲ ਜਾਓਗੇ, ਉਨਾ ਹੀ ਤੁਹਾਨੂੰ ਇਹਦੇ ਬਾਰੇ ਗਿਆਨ ਮਿਲੇਗਾ, ਉਨਾ ਹੀ ਤੁਹਾਨੂੰ ਇਹਦੇ ਬਾਰੇ ਖੁਲਾਸਾ ਹੋਏਗਾ, ਉਨਾ ਹੀ ਤੁਹਾਨੂੰ ਇਹਦੇ ਬਾਰੇ ਇਹਦਾ ਜਿਹੜਾ ਹਿਡਨ ਸੀਕਰੇਟ ਹੈ ਉਹ ਰਿਵੀਲ ਕਰਦਾ ਹੈ। ਪਰਮੇਸ਼ਰ ਦੀ ਸੋਚ ਬਹੁਤਾਈ ਦੀ ਹੈ, ਉਹ ਬਹੁਤ ਡੂੰਘੀ ਸੋਚ ਹੈ, ਔਰ ਪਰਮੇਸ਼ਰ ਦੀ ਹਰ ਇੱਕ ਪਲਾਨ ਬੜਾ ਭਰਪੂਰੀ ਵਾਲਾ ਪਲਾਨ ਹੈ ਸਾਡੀ ਜ਼ਿੰਦਗੀ ਦੇ ਨਾਲ, ਕਿ ਜੁੜ ਸਕੇ ਅਤੇ ਸਾਡੀ ਜ਼ਿੰਦਗੀ ਰੱਬ ਦੇ ਨਾਲ ਕਨੈਕਟ ਕਰ ਸਕੇ। ਦੇਖिए, ਸਾਡੇ ਕੋਲ ਇੱਕ ਫਿਰ ਸਵਾਲ ਹੈ, ਕਿਉਂਕਿ ਅਗਰ ਆਪਾਂ ਪੜ੍ਹਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ, ਅਗਰ ਲਿਖਿਆ ਹੈ ਕਿ ਸਵਾਲ ਇੱਕ ਕਹਾਵਤਾਂ ਦੇ ਜ਼ਰੀਏ ਪ੍ਰੋਵਰਬਸ 16:4 ਦੇ ਵਿੱਚ ਇੱਦਾਂ ਲਿਖਿਆ ਗਿਆ ਹੈ कि यहोवा ने अपने उद्देश्य से हर किसी वस्तु को रचा है, यहाँ तक कि दुष्ट को भी नाश के दिन के लिए। देखिए, जो परमेश्वर का वचन है उसे लिखा कि यहोवा ने अपने उद्देश्य से अपनी सोच
नाल अपने विचार नाल हर एक चीज़ की रचना की है, हर एक चीज़ की उसारी की है, बल्कि उस चीज़ नूं भी मिटाण वास्ते, उस चीज़ नूं खत्म करन वास्ते। क्योंकि असी इस ये ना सोचिए कि जो वचन असी पढ़ते हैं प्रभु के वचन के वल जो ध्यान देंगे, ये नहीं मतलब कि प्रभु का वचन के विच कुछ लिखा है उदा जिहड़ा मीनिंग है, उदा जिहड़ा मतलब है एग्जैक्टली ही परमेश्वर ये बारे बयान करे। परमेश्वर का उस वचन के जरिए बहुत बड़ा प्लान है, बहुत बड़ा एक सोच है, सो बहुत बड़ा एक 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 जरिया है जो साडे जीवन के नाल जुड़दा कि उन्होंने पूरा कर सके। देखिए जदों असी समझते हैं कि ये बुराई परमेश्वर ने नहीं बनाई, जो असीं समझते हैं कि एक गलत चीज़ां परमेश्वर ने नहीं बनाई, जो असीं समझते हैं कि परमेश्वर ने उस गलत चीज़ की बर्थ नहीं किया, उन्होंने जन्म नहीं दिता है, फिर सानू एक दलेरी मिलती कि परमेश्वर सानू उस चीज़ों तो कड्डन लिए आया है, सानू उस चीज़ों तो बचाने लिए आया है। परमेश्वर ने हर एक चीज़ का एक एंड रखा है कि हर एक चीज़ का एक दिन एंड होएगा। उस तरह ही जिस तरह जो इंसान इस बुराई जिहड़ी है, बुराई दे नाल अजमाइश दे विच पै जांदा है, तां ही अगर आप जो पढ़ते हैं परमेश्वर का वचन हमेशा इस चीज़ नूं चंगी तरह बयान करता है, इस चीज़ नूं बहुत दलेरी दे नाल इस चीज़ नूं खुलासा करता है, इस चीज़ नूं बड़े ध्यान दे नाल उन्होंने बयान करता है। अगर तुसीं पढ़ते हो उत्थे लिखा है, प्रभु के वचन च लिखा है कि कोई भी इंसान, अगर तुसीं याकूब की किताब पढ़ते हैं ना, अगर आप याकूब की किताब उहदी पहली बाब उहदे 13 तो लैके 15 तक पढ़िए, उत्ते देखिए परमेश्वर ने अपने रहस्य नूं अच्छी तरह बयान किया है, परमेश्वर ने अपनी जिहड़ी सोच नूं बयान किया है, परमेश्वर ने अपनी एक रज़ा नूं बयान किया है, परमेश्वर ने अपने प्लान नूं बयान किया है। देखिए उत्ते साफ लिखा है, कोई मनुख जदों परताया जावे तां इह ना आखो भई परमेश्वर वल्लों परताया जांदा हाँ। ये गल याद रखनी है कि जदों भी कोई इंसान टैंपटेशनस दे विच पैंदा है, ये ना कहो कि वह रब वालों परताया जाता है। बाणी इस चीज़ नूं साफ बयान करती है। देखिए एक गल इत्थों क्लीयर होती है, अगर परमेश्वर ने अच्छी चीज़ की उसारी ही की है, ये बुरी चीज़ों की उसारी उन्हें नहीं की, बुरा चीज़ों की उन्हें पैदाइश नहीं की है ना। ताही कि असीं लिखते कि प्रभु ने उस दुष्ट नूं भी खत्म करना है ना, उहदे प्लान्स नूं भी खत्म करना है। वो प्लान साडे थ्रू ही खत्म होंदे और आ प्लान साडे तो शुरू होंदा है ते साडे तो ही खत्म होंदा है। एक गल याद रखिए, साडे जहन दे विच परमेश्वर दे प्रति बहुत अच्छी दलेरी वाली फीलिंग्स होनी बहुत ज़रूरी है कि परमेश्वर ने उस चीज़ की उसारी जरूर की है, उस चीज़ की रचना सारी संसार अच्छी चीज़ की रचना की है, पर साडे थ्रू वो बुराई खत्म होती है जदों असी वो इच्छावां नूं मार दें। तां अगे इत्थे लिखा है कि क्यों जो परमेश्वर बदियां तो परताया नहीं जाता है अते ना वो आप किसे नूं परताउंदा है ना। For God cannot be tempted by evil nor he tempt anyone. दिस इज़ इंपॉर्टेंट थिंग टू अंडरस्टैंड। ये बहुत इंपॉर्टेंट है सानू समझने के लिए है ना। जिदा आप कहने कि परमेश्वर ने शैतान नूं नहीं बनाया, सिर्फ फरिश्ते नूं बनाया है, उस तरह परमेश्वर कहता है कि एक गल याद रखो, शैतान दी अगर अपनी गलतियां, अपने पाप, अपने गुनाह, अपने विचार जेड़े, अपनी सोच जेड़ी है उस तरीके दे नाल अगर उन्हें अपने जहन दे विच रखिया, अपनी सोच नूं पूरा किया है कि मैं अपने जीवन नूं बिल्कुल अपनी मर्जी ना कर सकता है, उस वेले ही एक हंकार दे पार्ट दे विच वो तब्दील होंदा है। हर एक वचन का एक अपना मीनिंग है, उदा एक अपना रहस्य है। जो परमेश्वर उस रहस्य नूं क्लीयर करता है, सानू पता लगता है कि साडी फाउंडेशन, साडी नींह रब दी सच्चाई दे विच पूरी है, रब दी सच्चाई दे विच नियुक्त हुई है, फिक्सड हुई है। ताही प्रभु दे विच लिखा, उहदे बाणी च लिखा है कि ताही आप जो पढ़ते कोई मनुख जो परताया जाए तो ये ना आखो भई जो परमेश्वर वालों परताया जाता है, क्यों जो परमेश्वर बदियां तो परताया नहीं जाता है अते ना हो आप किसी नूं परताउंदा है, पर हर कोई तदे परताया जाता है जदों अपनी ही कामना नाल लुभाया अते पचलाया जाता है, अपने ही डिज़ायर दे नाल। बट ईच एंड एवरी वन टेम्पटेड व्हेन दे ड्रैग्ड अवे बाय द ईवल डिज़ायर्स, यू नो, अपनी ही डिज़ायर्स दे नाल। रब किसी नूं टेम्प्ट नहीं करता, बाणी साफ लिखा है। देखिए वचन च लिखा है कि परमेश्वर धर्मी नूं परखदा है,
ਟੈਸਟ ਕਰਦਾ ਹੈ। ਦੇਖੀਏ ਦੇयर इज़ अ बिग डिफरेंस है ਟੈਸਟ ਔਰ ਟੈਂਪਟੇਸ਼ਨਸ ਦੇ ਵਿੱਚ। ਟੈਸਟ ਉਹ ਹੁੰਦਾ ਹੈ ਜਦੋਂ ਅਸੀਂ ਪਰਮੇਸ਼ਰ ਉਸ ਜਿਹੜੀ ਅੱਛੀ ਚੀਜ਼ ਸਾਡੇ ਜੀਵਨ ਦੇ ਵਿੱਚ ਪਾਉਂਦਾ ਹੈ ਉਹਦਾ ਟੈਸਟ ਲੈਂਦਾ ਹੈ ਕਿ ਉਹਦੇ ਵਿੱਚੋਂ ਅੱਛਾ ਆਊਟਪੁੱਟ ਨਿਕਲੇ, ਕਿ ਉਹਦੇ ਵਿੱਚ ਅੱਛਾ ਰਿਜ਼ਲਟ ਨਿਕਲੇ। ਟੈਸਟ ਉਦੋਂ ਹੀ ਹੁੰਦੇ ਹੈ ਕਿ ਅਸੀਂ ਅੱਛਾ ਰਿਜ਼ਲਟ ਲੈ ਕੇ ਆ ਸਕੀਏ, ਹੈ ਨਾ, ਕਿ ਅਸੀਂ ਜੋ ਕੁਝ ਪ੍ਰਭੂ ਤੋਂ ਅੱਛੀ ਗੱਲਾਂ ਸਿੱਖੀਆਂ ਹੈ ਪਰਮੇਸ਼ਰ ਕਹਿੰਦਾ ਕਿ ਇਹਨੂੰ ਹੋਰ ਉਹ ਨਿਖਾਰ ਸਕੇ, ਉਹਨੂੰ ਇਨਹੈਂਸ ਕਰ ਸਕੇ ਅਤੇ ਇਨਸਾਨ ਉਹਦੇ ਵਿੱਚ ਇਕੁਇਪ ਰਹੇ, ਉਹ ਇਨਸਾਨ ਉਹਦੇ ਭਰਪੂਰੀ ਵਾਲਾ ਜੀਵਨ ਬਣਾ ਕੇ ਰਹੇ। ਤਾਂ ਹੁਣ ਉਹ ਟੈਸਟ ਕੀਤਾ ਜਾਂਦਾ, ਉੱਥੋਂ ਪਤਾ ਲੱਗਦੀਆਂ ਕਿ ਉਹ ਕਿਹੜੀ ਚੀਜ਼ਾਂ ਤੋਂ ਉਹਦੇ ਜੀਵਨ ਦੇ ਵਿੱਚ ਹਜੇ ਕਮੀਆਂ ਹੈ, ਕਿੱਥੇ ਉਹ ਪ੍ਰਭੂ ਦੇ ਵਿੱਚ ਲੈਕ ਕਰ ਰਿਹਾ ਹੈ, ਕਿੱਥੇ ਉਹ ਪ੍ਰਭੂ ਦੇ ਵਿੱਚ ਆਪਣੀ ਜੀਵਨ ਨੂੰ ਕਮੀ ਮਹਿਸੂਸ ਕਰ ਰਿਹਾ ਹੈ। ਉਸ ਟੈਸਟ ਦਾ ਪਾਰਟ ਹੈ। ਉਹ ਟੈਸਟ ਦੇ ਪਾਰਟ ਤੋਂ ਪਰ ਅਸੀਂ ਆਪਣੇ ਜੀਵਨ ਨੂੰ ਫਿਰ ਫੁਲਫਿਲ ਕਰਦੇ ਹਾਂ, ਫਿਰ ਕਨੈਕਟ ਕਰਕੇ, ਫਿਰ ਆਪਣੇ ਆਪ ਨੂੰ ਰੀਫਿਲ ਕਰਦੇ ਹਾਂ, ਫਿਰ ਆਪਾਂ ਕਨੈਕਟ ਕਰਕੇ ਪਰਮੇਸ਼ਰ ਦੇ ਵਿੱਚ ਫਿਰ ਨਵੀਆਂ ਗੱਲਾਂ ਨੂੰ ਸੁਣਦੇ ਹਾਂ, ਸਮਝਦੇ ਹਾਂ, ਫਿਰ ਕਨੈਕਟ ਕਰਕੇ ਫਿਰ ਪ੍ਰਭੂ ਦੇ ਵਿੱਚ ਕਹਿੰਦੇ ਕਿ ਪ੍ਰਭੂ ਜੀ ਇਹ ਅਗਲੇ ਟੈਸਟ ਦੇ ਵਿੱਚ ਪ੍ਰਭੂ ਜੀ ਮੈਂ ਫਿਰ ਅੱਛੀ ਤਰੀਕੇ ਦੇ ਨਾਲ ਖੜਾ ਹੋ ਸਕਾਂ। ਟੈਸਟ ਹੋਣਾ ਬਹੁਤ ਜ਼ਰੂਰੀ ਹੈ। ਪਰ ਯਾਦ ਰੱਖੀ ਜਿਹੜਾ ਟੈਂਪਟੇਸ਼ਨ ਹੈ, ਜਿਹੜੀ ਅਜਮਾਇਸ਼ ਹੈ, ਉਹ ਸਾਡੀ ਈਵਲ ਡਿਜ਼ਾਇਰਸ ਦੇ ਥਰੂ ਹੁੰਦੀ ਹੈ। ਸਾਡੀ ਇੱਛਾਵਾਂ, ਸਾਡੀ ਕਾਮਨਾ, ਸਾਡੀ ਸੋਚ, ਸਾਡੇ ਵਿਚਾਰ ਜਿਸ ਤਰੀਕੇ ਦੇ ਨਾਲ ਚੱਲਦੇ ਹਾਂ ਉਸ ਤਰੀਕੇ ਦੇ ਨਾਲ ਅਸੀਂ ਟੈਂਪਟ ਹੁੰਦੇ ਹਾਂ, ਉਸ ਤਰੀਕੇ ਨਾਲ ਅਜਮਾਇਸ਼ ਪੈਂਦੀ ਹੈ। ਕਿਉਂਕਿ ਲੋਕੀ ਸਵਾਲ ਇਸ ਚੀਜ਼ ਦਾ ਜਦੋਂ ਆਉਂਦਾ ਹੈ, ਲੋਕੀ ਆਪਣੇ ਜੀਵਨ ਨੂੰ ਕੋਸਦੇ, ਰੱਬ ਨੂੰ ਕੋਸਦੇ ਹੈ ਕਿ ਰੱਬ ਨੇ ਇਹ ਮੁਸ਼ਕਲ ਮੇਰੇ ਜੀਵਨ 'ਤੇ ਪਾਈ ਹੈ, ਕਿ ਰੱਬ ਨੇ ਸ਼ੈਤਾਨ ਹੀ ਕਿਉਂ ਬਣਾਇਆ ਸੀ, ਹੈ ਨਾ, ਕਿ ਰੱਬ ਨੇ ਇਹ ਬੁਰਾਈ ਕਿਉਂ ਬਣਾਈ ਹੈ, ਰੱਬ ਨੇ ਅੱਛੀ ਚੀਜ਼ ਦੀ ਉਸਾਰੀ ਕੀਤੀ ਹੈ। ਪਰ ਪਰਮੇਸ਼ਰ ਨੇ ਕਿਹਾ ਕਿ ਡਿਸੀਜ਼ਨ ਤੁਹਾਡਾ ਹੈ। ਅਸੀਂ ਜਦੋਂ ਅੱਛੇ ਡਿਸੀਜ਼ਨ ਲੈਂਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਨਾਲ ਅੱਛੀ ਰੀਤੀ ਨਾਲ ਬਰਕਤ ਹਾਸਲ ਕਰਦੇ ਹਾਂ। ਜਦੋਂ ਸਾਡੇ ਡਿਸੀਜ਼ਨ ਗਲਤ ਹੁੰਦੇ ਆ ਤਾਂ ਸਾਡੀ ਬਰਕਤ ਹੈ ਉਹ ਜਿਹੜੇ ਸਾਡੇ ਪਰਮੇਸ਼ਰ ਤੋਂ ਜਿਹੜੀ ਹੋਰ ਗਿਫਟਸ ਹੁੰਦੇ ਆ ਉਹ ਰੁਕ ਜਾਂਦੇ ਹਨ। ਤਾਂ ਅਸੀਂ ਪਰਮੇਸ਼ਰ ਤੋਂ ਪੂਰੀ ਤਰ੍ਹਾਂ ਅੱਛੀ ਟੈਸਟਮਨੀ ਦੇ ਵਿੱਚ ਤਬਦੀਲ ਨਹੀਂ ਹੁੰਦੇ ਹਾਂ, ਅੱਛੀ ਗਵਾਹੀ ਦੇ ਵਿੱਚ ਤਬਦੀਲ ਨਹੀਂ ਹੁੰਦੇ ਹਾਂ, ਅੱਛੀ ਰੀਤੀ ਦੇ ਵਿੱਚ ਤਬਦੀਲ ਨਹੀਂ ਹੁੰਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਅਸੀਂ ਰੁਕ ਜਾਂਦੇ ਹਾਂ, ਕਿਤੇ ਨਾ ਕਿਤੇ ਅਸੀਂ ਆਪਣੇ ਵਿਸ਼ਵਾਸ ਨੂੰ ਰੋਕ ਦਿੰਦੇ ਹਾਂ, ਕਿਤੇ ਨਾ ਕਿਤੇ ਅਸੀਂ ਉਸ ਨੂੰ ਫੀਲ ਕਰਨ ਲੱਗ ਪੈਂਦੇ ਹਾਂ ਕਿ ਪਰਮੇਸ਼ਵਰ ਨੇ ਇੱਕ ਬਹੁਤ ਵੱਡਾ ਟੈਂਪਟੇਸ਼ਨ ਉਹਦੇ ਵਿੱਚ ਪਾਤੀ ਹੈ, ਉਹਦੇ ਜੀਵਨ ਦੇ ਵਿੱਚ ਪਾਤੀ ਹੈ ਨਾ। ਅਤੇ ਪਰਮੇਸ਼ਰ ਹਰ ਇੱਕ ਇਨਸਾਨ ਨੂੰ ਟੈਸਟ ਕਰਦਾ ਹੈ, ਪਰਮੇਸ਼ਰ ਟੈਂਪਟ ਨਹੀਂ ਕਰਦਾ, ਹੈ ਨਾ। ਤਾਂ ਹੀ ਯਕੂਬ ਦੀ ਕਿਤਾਬ ਦੇ ਵਿੱਚ ਪਹਿਲਾ ਫਸਟ ਚੈਪਟਰ 13:15 ਦੇ ਵਿੱਚ ਇਸ ਤਰ੍ਹਾਂ ਪਰਮੇਸ਼ਰ ਆਪਣੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦਾ ਹੈ ਕਿ ਉਹ ਤੁਹਾਨੂੰ ਸਾਰਿਆਂ ਨੂੰ ਇੱਕ ਅੱਛੀ ਰੀਤੀ ਦੇ ਨਾਲ ਉਹਨੂੰ ਸਮਝਾ ਸਕੇ। ਕਿਉਂਕਿ ਜਿਹੜਾ ਸਵਾਲ ਸਾਡੇ ਜੀਵਨ ਦੇ ਵਿੱਚ ਹੈ, ਆਪਾਂ ਇਹਨੂੰ ਜਦੋਂ ਪੁੱਛਦੇ ਹਾਂ ਤਾਂ ਪਰਮੇਸ਼ਰ ਸਾਨੂੰ ਉਸ ਚੀਜ਼ ਦਾ ਗਿਆਨ ਬਖਸ਼ਦਾ ਹੈ। ਪਰਮੇਸ਼ਰ ਦਾ ਵਚਨ ਦੋ ਧਾਰੀ ਤਲਵਾਰ ਹੈ। ਇਹ ਸਾਨੂੰ ਦੋਨੋਂ ਪਾਸੋਂ ਕਰੈਕਟ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹਰ ਇੱਕ ਸਟੈਪ ਜਦੋਂ ਚੁੱਕਦੇ ਹਾਂ ਅਸੀਂ ਕਹੀਏ ਕਿ ਪ੍ਰਭੂ ਜੀ ਕਿ ਤੂੰ ਸਾਨੂੰ ਇੱਥੋਂ ਬਚਾ ਕੇ ਰੱਖ, ਸਾਡੀ ਇਸ ਸੋਚ ਤੋਂ ਜਿਹੜੇ ਲੋਕੀ ਉਸ ਸੋਚ ਨੂੰ ਸਾਡੇ ਜੀਵਨ ਤੱਕ ਲੈ ਕੇ ਆਉਂਦੇ ਹਨ, ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ, ਪ੍ਰਭੂ ਉਸ ਸੋਚ ਤੋਂ ਸਾਨੂੰ ਬਚਾ ਕੇ ਰੱਖ। ਪ੍ਰਭੂ ਜੀ ਸਾਨੂੰ ਉਸ ਡਿਜ਼ਾਇਰ, ਇੱਛਾ ਤੋਂ ਬਚਾ ਕੇ ਰੱਖ ਜਿਹਦੇ ਨਾਲ ਅਸੀਂ ਮੁਸ਼ਕਿਲ ਦੇ ਵਿੱਚ ਪੈਂਦੇ ਹਾਂ, ਹੈ ਨਾ। ਜਿੱਦਾਂ ਅਸੀਂ ਅੱਜ ਬੁਰਾਈ ਦੇ ਵਿੱਚ ਆ ਜਾਂਦੇ ਹਾਂ, ਪਰਮੇਸ਼ਰ ਨੂੰ ਕਹੀਏ ਕਿ ਪ੍ਰਭੂ ਜੀ ਤੂੰ ਸਾਨੂੰ ਉਹ ਤੋਂ ਬਚਾ ਕੇ ਰੱਖ। ਪਰਮੇਸ਼ਰ ਦੇਖੇ ਭਲਾ ਹੈ, ਮਹਾਨ ਹੈ, ਪਰਮੇਸ਼ਰ ਤੁਹਾਡੀ ਜ਼ਿੰਦਗੀ ਨੂੰ ਪਿਆਰ ਕਰਦਾ ਹੈ। ਪਰਮੇਸ਼ਰ ਕਹਿੰਦਾ ਹੈ ਕਿ ਤੁਸੀਂ ਹਮੇਸ਼ਾ ਆਪਣੇ ਜੀਵਨ ਨੂੰ ਕਲੋਜ਼ ਦੇ ਵਿੱਚ ਰਹੀਏ। ਦੇਖਿਏ ਇੱਕ ਟਾਈਮ ਆਏਗਾ ਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਇਸ ਦੁਨੀਆ ਤੋਂ ਲੈ ਕੇ ਜਾਏਗਾ। ਉਹਨੇ ਕਿਹਾ ਹੈ ਕਿ ਮੈਂ ਆਪਣੇ ਲੋਕਾਂ ਨੂੰ ਇੱਥੋਂ ਅਲੱਗ ਕੀਤਾ ਹੋਇਆ ਅਤੇ ਇੱਕ ਦਿਨ ਆਏਗਾ ਮੈਂ ਉਹਨਾਂ ਨੂੰ ਬਿਲਕੁਲ ਇੱਥੋਂ ਲੈ ਕੇ ਜਾਊਂਗਾ, ਕਿਉਂਕਿ ਪ੍ਰਭੂ ਦੀ ਬਾਣੀ ਦੇ ਅਨੁਸਾਰ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਉਹ ਪੂਰਾ ਕੀਤਾ ਹੋਇਆ ਹੈ। ਅਤੇ ਉਹੀ ਚੀਜ਼ ਨੂੰ ਆਪਾਂ ਸਮਝਣਾ ਹੈ ਕਿ ਸਾਨੂੰ ਬਾਣੀ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਕਿ ਸਾਡੀ ਇੱਕ ਲੜਾਈ ਜਿਹੜੀ ਕਿਸੇ ਇਨਸਾਨ ਦੇ ਨਾਲ ਨਹੀਂ ਹੈ, ਕਿ ਸਾਡੀ ਇੱਕ ਲੜਾਈ ਸ਼ੈਤਾਨ ਦੇ ਨਾਲ ਹੈ, ਉਹਦੀ ਸੋਚ ਦੇ ਨਾਲ, ਉਹਦੇ ਵਿਚਾਰ, ਉਹਦੀ ਇੱਛਾਵਾਂ ਦੇ ਨਾਲ, ਕਿ ਅਸੀਂ ਉਹਦੀ ਇੱਛਾਵਾਂ ਦੇ ਵਿੱਚ ਨਾ ਆ ਸਕੀਏ। ਰੱਬ ਦਾ ਪਲਾਨ ਸਾਡੇ ਪਲਾਨ ਤੋਂ ਬਹੁਤ ਵੱਡਾ ਹੈ। ਪ੍ਰਭੂ ਦੀ ਸੋਚ ਸਾਡੀ ਸੋਚ ਤੋਂ ਬਹੁਤ ਉੱਚੀ ਹੈ। ਇਹ ਸਮਝ ਕੇ ਚੱਲੀਏ ਕਿ ਪਰਮੇਸ਼ਰ ਨੇ ਜੋ ਵਚਨ 'ਚ ਲਿਖਿਆ ਹੈ ਉਹਦਾ ਜਿਹੜਾ ਪਲਾਨ ਹੈ ਉਹ ਸਾਡੀ ਲਾਈਫ ਦੇ ਥਰੂ ਹੀ ਪੂਰਾ ਹੁੰਦਾ ਹੈ। ਇੱਕ ਗੱਲ ਯਾਦ ਰੱਖੀਏ, ਜੋ ਕੁਛ ਵੀ ਬੁਰਾ ਹੁੰਦਾ ਹੈ, ਬੁਰਾਈ ਵਾਲੀ ਚੀਜ਼ ਹੈ, ਪਰਮੇਸ਼ਰ ਬੁਰਾਈ ਵਾਲੀ ਚੀਜ਼ ਨੂੰ ਫੜ ਕਰ ਉਹਨੂੰ ਆਪਣੇ ਕੋਲ ਲੈ ਕਰ ਉਹਨੂੰ ਅੱਛੇ ਪਰਪਸ ਦੇ ਵਿੱਚ ਤਬਦੀਲ ਕਰਨ ਦੀ ਹਿੰਮਤ ਰੱਖਦਾ ਹੈ। ਇਹ ਯਾਦ ਰੱਖੀਏ, ਪਰਮੇਸ਼ਰ ਦਾ ਹਰ ਇੱਕ ਪਲਾਨ ਬਹੁਤਾਈ ਦਾ ਪਲਾਨ ਹੈ।
ਤੇ ਪਰਮੇਸ਼ਰ ਨੇ ਤੁਹਾਨੂੰ ਬਹੁਤਾਈ ਦੀ ਜ਼ਿੰਦਗੀ ਦਿੱਤੀ ਹੈ ਕਿ ਤੁਸੀਂ ਵਿਸ਼ਵਾਸ ਦੇ ਵਿੱਚ ਹੋਰ ਵੱਧ ਸਕੋ, ਹੋਰ ਆਪਣੇ ਜੀਵਨ ਨੂੰ ਕਨੈਕਟ ਕਰ ਸਕੀਏ। ਤਾਂ ਹੀ ਪ੍ਰਭੂ ਦੇ ਉਤਪਤੀ ਦੀ ਕਿਤਾਬ ਆਪਾਂ ਪੜ੍ਹਦੇ ਹਾਂ, ਉਹਦੀ 50 ਉਹਦੀ 20 ਐਤ ਦੇ ਵਿੱਚ ਇੱਦਾਂ ਲਿਖਿਆ ਹੈ ਕਿ ਤੁਸੀਂ ਮੈਨੂੰ ਜਾਣ ਬੁੱਝ ਕੇ ਤੁਸੀਂ ਤੰਗ ਕਰਦੇ ਹੋ, ਹੈ ਨਾ। ਕਿ ਜਦੋਂ ਅਸੀਂ ਆਪ ਖੁਦ ਪਰਮੇਸ਼ਵਰ ਦੇ ਨਾਲ ਜਦੋਂ ਜੁੜਦੇ ਹਾਂ, ਉੱਥੇ ਕਿ ਯੂ ਇੰਟੈਂਡ ਟੂ ਹਾਰਮ ਮੀ ਬਟ ਗॉड ਇੰਟੈਂਡ ਇਟ ਫॉर ਗੁੱਡ ਟੂ ਅਕੰਪਲਿਸ਼ what is new being done that save many life, है ना। बहुता लोगों की जिंदगी बच सके, है ना। सारे संसार उस मुश्किल तो, उस पाप तो छुटकारा पा सके। परमेश्वर कहता कि तुसी अपनी जिंदगी नूं जदों मुश्किल दे विच पांदे तुसी मैनू हार्म करते हो। जदों अपनी डिज़ायर्स दे नाल असी गलत रीति दे विच, गलत एरिया दे विच, गलत सोसाइटी दे विच, गलत सोच ते गलत विचार दे विच जदों साडा मन लगदा है, साडा मन विचार जांदा है, उदों परमेश्वर कहता कि तुसी मैनू हार्म करते हो, है ना। देखिए परमेश्वर अपने बच्चों नूं एक बहुताई दे प्लान दा हिस्सा उन्हें बना के रखिया है कि वो दे भी सके, तुहानूं समझा सके ते तुहानूं उस चीज़ नूं अच्छी तरह तुहाडे जीवन नूं महसूस करवा सके ते तुसीं एक लिविंग टेस्टमनी, एक जिंदा गवाही बन सको। देखिए तां ही परमेश्वर हर वारी बयान करता है वचन दे विच कि तुसीं कदे भी किसी चीज़ तो गुमराह नहीं होना ते कदे भी शैतान नूं मौका नहीं देना कि तुहाडे विचार, तुहाडे इच्छावां दे नाल ओह कोई भी गलत काम लै सके। जिहड़ी डिज़ायर साडे अंदर है, ये कहिए कि प्रभु जी मेरी हर एक डिज़ायर तेरे नाम नूं, तेरी इच्छा नूं, तेरे प्लान नूं फुलफिल करन लई बन सके। और पिता परमेश्वर मेरे हर एक सोच, मेरे हर एक विचार प्रभु जी तेरे काम नूं पूरा करन लई हमेशा तैयार रहे। देखिए जदों प्रभु दा वचन असीं पढ़दे हां, प्रभु दी गल्लां नूं सिੱਖਦੇ हां, परमेश्वर हर वारी उसे वचन चों सानूं नवीं गल्लां सिखाउंदा है कि असीं नवें जीवन नूं, इस अच्छे जीवन नूं होर भरपूरी वाला बना सकीए, होर अच्छा कर सकीए, कि रब दे विच होर अगे वध सकीए आपां, है ना। क्योंकि परमेश्वर सानूं अच्छी चीज़ां ना रखना चाहुंदा है। तां ही परमेश्वर दे विच लिखिया है कि परमेश्वर हर एक चीज़ नूं अच्छी रीति नाल बरकत दिंदा है ना। क्योंकि हर एक जिहड़ा पाप है, ये पाप दे नाल ही असी मौत की डायरैक्शन दे विच चले जाते हैं। साडी आत्मिक मौत उत्थों होंदी है जदों असी पहला स्टैप बनता है, जदों साडी इच्छा होंदी है, जदों डिज़ायर गलत होंदी है, वो पाप नूं शेप दिंदी है। जदों पाप अपनी शेप बना लैंदा है और पाप ग्रो करता रहता है, दिन बर दिन वो एक मौत दे विच तब्दील हो जाता है, उन्होंने डेथ कन्वर्ट कर दिंदी है। तो उहदे विच फिर अच्छी चीज़ां नहीं निकलदियां, उहदे विच कोई फिर दोबारा भरपूरी वाली गल्लां नहीं निकलदियां, क्योंकि असी अपनी इच्छावां दे नाल ही उस टैंपटेशन का हिस्सा बनते हैं। पर परमेश्वर सानू अपने फजल दे नाल फिर सानू उत्थों कड्ढण दी हिम्मत रखता जदों असी कन्फैस करते हैं, फिर कहते कि प्रभु जी तू मैनू माफ़ कर, कि प्रभु जी मैं उस शैतान का हिस्सा ना बन सकां, प्रभु जी मैं उस सोच का हिस्सा ना बन सकां, मैं प्रभु जी उस गलत विचारां दा हिस्सा ना बन सकां, कि प्रभु जी सिर्फ मैं तेरी सोच विचार तेरे प्यार ते अनुग्रह का हिस्सा बन सकां, उस बीमारी का हिस्सा ना बन सकां, उस क्लेश का हिस्सा ना बन सकां। प्रभु जी तेरे अनुग्रह दे नाल, प्रभु तेरे कूड़े खान दे नाल प्रभु जी मैनू शिफा मिली है, मैनू जिंदगी मिली है, प्रभु जी मेरे जीवन च एक नया हौसला दलेरी मिली है। परमेश्वर दे नाम दे विच तुसी हमेशा अपने जीवन नू प्रभु दे नाल कनैक्ट रखिए। जिहड़े कोई जहन च सवाल ने जिहड़े तुहाडी जिंदगी नू गुमराह करने की कोशिश करते हैं, उस वेले कहिए कि प्रभु जी मैनू अकल और बुद्धि और समर्थ दे। परमेश्वर दा आत्मा तुहानू उस वेले सिखाएगा, समझाएगा, तुहानू फिर एक नवीं शेप दे विच तब्दील करेगा। फिर तुहाडे सवाल जिहड़े हैं फिर दोबारा एक नवे आंसर बन के चलेंगे, फिर दोबारा एक नया जोश बन के चलेंगे, फिर दोबारा तुहाडी खुशी तुहाडे हथियार बनेगी, फिर तुहाडी स्ट्रेंथ जिहड़ी है वो खुशी रहेगी, और खुशी रब दिंदा है और पीस रब दिंदा है जदों तुसीं रब दे विच अपने आप नूं सरैंडर कर दिंदे हैं, अपने आप नूं पूरा हलीम कर दिंदे हैं। जो असीं कहने कि प्रभु जी ये तेरा वचन है, जिहड़ा तेरा वचन कहदा है मैं प्रभु जी उहदे उत्ते अपनी जिंदगी नूं नियुक्त करदी हां ते करदा हां।
देखिए यही सब परमेश्वर का वचन साड़ी जिंदगी नूं होर हौसला अफजाई करता है, होर हौसला बख्शदा है, होर नई रीति दे नाल अगे लैके आंदा कि है फिर दोबारा असी रब दे लोकां नूं फिर जरा जागृत कर सकीए, हौसला दे सकीए, कह सकीए कि परमेश्वर बहुत महान है, परमेश्वर बहुत ताई दी जिंदगी दिंदा है। परमेश्वर की बाइबल की गल्लां नूं अच्छी तरह समझण की कोशिश करिए, आपां होर समझण की कोशिश करिए। परमेश्वर ने तुहानूं अकल बुद्धि दी है, तुसीं वचन पढ़ते हो, परमेश्वर तुहानूं ज्ञान देंदा है, परमेश्वर तुहानूं समर्थ दिंदा है। उसी ज्ञान दे उसी समर्थ दे नाल तुसीं सवाल पुछदे हो, उसी सवाल दे नाल परमेश्वर तुहानूं एक नई दलेरी नया जोश दिंदा है कि तुसीं फिर हमेशा प्रभु दे नाल जुड़ सको, एक नया रिश्ता, नवीं जागृति, नवे होप दे नाल फिर अगे बढ़ सको, किसी भी चीज़ की कमी ना हो सके। परमेश्वर हमेशा अपने लोगों को बरकत दिंदा है और परमेश्वर अपने लोगों को हमेशा दोबारा एक नवी कॉवेनेंट नवे प्रॉमिस से तब्दील करता है। देखिए यही अज का प्रोग्राम दे साडा सवाल से जिहड़ा असी इसदा परमेश्वर की आत्मा ने इस चीज़ का खुलासा किया। परमेश्वर तुहाडे जीवन में बरकत दे सके। फिर भी कोई तुहाडे जहन दे विच तुहाडे जीवन दे विच कोई सवाल उठते हैं, तुहाडे अपनी जिंदगी दे विच कोई होर मुश्किल उठती है, कदे भी अपने आप नूं ते अपने परमेश्वर नूं कदे ना कोसना। परमेश्वर महान है और परमेश्वर ने तुहाडी जिंदगी नूं उस महानता का हिस्सा बनाया है, बहुत अच्छी जीवन का हिस्सा बनाया कि तुसीं हमेशा परमेश्वर दे नाल कनैक्ट रह सको, कर सको और उहदियां गल्लां सीख सको। फिर दोबारा अगर तुहाडे जहन च कोई सवाल है तुसीं www.rayofhopechurch.org ते जाके तुसीं अपने सवाल सेंड कर सकते हैं। असीं फिर दोबारा इस प्रोग्राम के माध्यम के नाल फिर दोबारा तुहाडे रूबरू होवांगे एक नवे सवाल के नाल, एक नवे जोश के नाल, एक नवी बरकत के नाल। रब तुहाडे बच्चों नूं, रब तुहाडे परिवारां नूं, रब तुहाडी सोच नूं, तुहाडे काम नूं, तुहाडे हर एक एफर्ट जिहड़ा तुसीं रब च करदे हैं भरपूर करे, बरकत देवे। हमेशा की जिंदगी तुहानूं रब ने बख्शी है, इहदे विच तुसीं खुश रहो, प्रसन्न करो और हमेशा रब दे नाल कनैक्ट कर सको। परमेश्वर यीशु मसीह दे नाम दे विच सारिआं नूं जय मसीह दी।